ਚੈਨਲ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ। ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ। ਪੁਰਾਣੇ ਸਮਿਆਂ ਵਿੱਚ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ। ਉਸ ਦੇ ਵਿਆਹ ਨੂੰ 20 ਸਾਲ ਹੋ ਗਏ ਸਨ, ਪਰ ਉਹ ਬੱਚੇ ਦੀ ਦੌਲਤ ਤੋਂ ਵਾਂਝਾ ਸੀ। ਉਸ ਦੇ ਘਰ ਕੋਈ ਔਲਾਦ ਨਹੀਂ ਸੀ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਸ ਬਜ਼ੁਰਗ ਦੀ ਘਰਵਾਲੀ ਦਾ ਪੈਰ ਭਾਰੀ ਹੋ ਗਿਆ। ਉਸ ਦਾ ਚਿੱਤ ਰੋਜ਼ ਨਵੀਆਂ ਚੀਜ਼ਾਂ ਖਾਣ ਨੂੰ ਕਰਦਾ ਅਤੇ ਉਹ ਬਜ਼ੁਰਗ ਆਦਮੀ ਆਪਣੀ ਮਿਊਤ ਅਨੁਸਾਰ ਉਸ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਲਿਆ ਕੇ ਦਿੰਦਾ। ਇੱਕ ਦਿਨ ਬਜ਼ੁਰਗ ਆਦਮੀ ਦੀ ਪਤਨੀ ਨੇ ਕਿਹਾ, ਉਹ ਖੱਟੇ ਮਿੱਠੇ ਬੇਰ ਖਾਣਾ ਚਾਹੁੰਦੀ ਹੈ, ਪਰ ਮੌਸਮ ਗਰਮੀ ਦਾ ਸੀ, ਬੇਰ ਕਿੱਥੋਂ ਮਿਲਣੇ ਸੀ। ਫਿਰ ਵੀ ਉਹ ਬਜ਼ੁਰਗ ਆਦਮੀ ਬੇਰਾਂ ਦੀ ਤਲਾਸ਼ ਵਿੱਚ ਜੰਗਲ ਨੂੰ ਨਿਕਲ ਗਿਆ। ਕਈ ਦਿਨ ਜੰਗਲਾਂ ਵਿੱਚ ਇੱਧਰ ਉੱਧਰ ਭਟਕਦਾ ਹੋਇਆ ਇੱਕ ਤਲਾਬ ਦੇ ਕਿਨਾਰੇ ਪਹੁੰਚਿਆ। ਉੱਥੇ ਉਸਨੇ ਇੱਕ ਬੇਰ ਦੀ ਝਾੜੀ ਵੇਖੀ। ਉਹ ਬਹੁਤ ਖੁਸ਼ ਹੋਇਆ ਕਿ ਹੁਣ ਉਹ ਆਪਣੀ ਘਰਵਾਲੀ ਵਾਸਤੇ ਬਹੁਤ ਸਾਰੇ ਬੇਰ ਲੈ ਕੇ ਜਾਵੇਗਾ। ਉਸਨੇ ਆਪਣੇ ਦੋਵਾਂ ਹੱਥਾਂ ਨਾਲ ਬੇਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਹਾਲੇ ਉਸਨੇ ਆਪਣੀ ਝੋਲੀ ਬੇਰਾਂ ਨਾਲ ਭਰੀ ਹੀ ਸੀ ਕਿ ਇੱਕ ਆਦਮਖੋਰ ਮਗਰਮੱਛ ਨੇ ਪਾਣੀ ਵਿੱਚੋਂ ਆਪਣਾ ਵੱਡਾ ਸਾਰਾ ਮੂੰਹ ਬਾਹਰ ਕੱਢ ਕੇ ਉੱਚੀ ਸਾਹ ਲਿਆ ਅਤੇ ਉਸ ਮਗਰਮੱਛ ਦੇ ਸਾਹ ਲੈਣ ਕਾਰਨ ਤੇਜ਼ ਤੂਫਾਨ ਉੱਠਿਆ ਅਤੇ ਕਮਜ਼ੋਰੀ ਕਾਰਨ ਬਜ਼ੁਰਗ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ ਅਤੇ ਉਸ ਤਲਾਬ ਵਿੱਚ ਆ ਡਿੱਗਾ। ਫਿਰ ਬਜ਼ੁਰਗ ਆਪਣੇ ਆਪ ਨੂੰ ਸਾਂਭਦਾ ਹੋਇਆ ਤਲਾਬ ਦੇ ਕੰਢੇ 'ਤੇ ਪਹੁੰਚਣ ਹੀ ਵਾਲਾ ਸੀ ਕਿ ਮਗਰਮੱਛ ਨੇ ਉਸ ਦੀਆਂ ਲੱਤਾਂ ਫੜ ਲਈਆਂ। ਬਜ਼ੁਰਗ ਨੇ ਉਸ ਨੂੰ ਕਿਹਾ, ਭਰਾ, ਖੱਟੇ ਮਿੱਠੇ ਬੇਰ ਲੱਭਦੇ ਮੇਰੇ ਪੈਰ ਘਸ ਗਏ ਹਨ ਅਤੇ ਜੇ ਹੁਣ ਬੇਰ ਲੱਭੇ ਤਾਂ ਤੂੰ ਮੇਰੇ ਰਸਤੇ ਵਿੱਚ ਰੋੜਾ ਬਣ ਰਿਹਾ ਹੈ। ਤੇਰੀ ਇਸ ਚਲਾਕੀ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਣਾ। ਬਹੁਤ ਦਿਨਾਂ ਤੋਂ ਮੈਨੂੰ ਮਨੁੱਖੀ ਮਾਸ ਖਾਣ ਨੂੰ ਨਹੀਂ ਮਿਲਿਆ। ਤੇਰੀਆਂ ਕਰਾਰੀਆਂ ਹੱਡੀਆਂ ਚਬਾਉਣ ਨਾਲ ਮੈਨੂੰ ਬਹੁਤ ਮਜ਼ਾ ਆਊਗਾ। ਅੱਜ ਮੈਂ ਤੈਨੂੰ ਖਾ ਜਾਵਾਂਗਾ। ਮਗਰਮੱਛ ਨੇ ਲਾਰ ਟਪਕਾਉਂਦੇ ਹੋਏ ਬਜ਼ੁਰਗ ਨੂੰ ਕਿਹਾ। ਕਿਉਂ? ਤੁਸੀਂ ਮੈਨੂੰ ਕਿਉਂ ਖਾਓਗੇ? ਬਜ਼ੁਰਗ ਨੇ ਕਿਹਾ। ਕਿਉਂਕਿ ਤੁਸੀਂ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੇ ਬੇਰ ਤੋੜੇ ਹਨ। ਮਗਰਮੱਛ ਕਹਿਣ ਲੱਗਾ, ਭਾਈ, ਮੈਂ ਇਹ ਬੇਰ ਬਹੁਤ ਮਜਬੂਰੀ ਵਿੱਚ ਲੈ ਕੇ ਜਾ ਰਿਹਾ ਹਾਂ। ਮੇਰੀ ਪਤਨੀ ਦੀ ਹਾਲਤ ਇਹੋ ਜਿਹੀ ਹੈ, ਉਸ ਦਾ ਪੈਰ ਭਾਰੀ ਹੈ, ਉਸ ਦਾ ਜੀਅ ਕਰਦਾ ਸੀ ਖੱਟੇ ਮਿੱਠੇ ਬੇਰ ਖਾਣ ਨੂੰ। ਮੈਂ ਤੇ ਮੇਰੀ ਪਤਨੀ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਬਜ਼ੁਰਗ ਦੀ ਗੱਲ ਸੁਣ ਕੇ ਮਗਰਮੱਛ ਸਮਝ ਗਿਆ। ਮਗਰਮੱਛ ਕਹਿਣ ਲੱਗਾ, ਜੇ ਅਜਿਹਾ ਹੈ ਤਾਂ ਮੈਂ ਤੈਨੂੰ ਨਹੀਂ ਖਾਵਾਂਗਾ। ਤੁਸੀਂ ਇਹ ਬੇਰ ਲੈ ਜਾਓ, ਪਰ ਮੇਰੀ ਇੱਕ ਸ਼ਰਤ ਹੈ। ਕੀ ਸ਼ਰਤ ਹੈ? ਬਜ਼ੁਰਗ ਨੇ ਪੁੱਛਿਆ। ਜੇ ਮੁੰਡਾ ਹੋਇਆ ਤਾਂ ਤੇਰਾ, ਜੇ ਕੁੜੀ ਹੋਈ ਤਾਂ ਮੇਰੇ। ਬਜ਼ੁਰਗ ਨੇ ਕਿਹਾ, ਮੈਨੂੰ ਮਨਜ਼ੂਰ ਹੈ। ਇਹ ਕਹਿ ਕੇ ਉਹ ਬੇਰਾਂ ਵਾਲੀ ਥੈਲੀ ਸੰਭਾਲਦਾ ਹੋਇਆ ਤੁਰ ਪਿਆ ਅਤੇ ਆਪਣੇ ਮਨ ਵਿੱਚ ਸੋਚਣ ਲੱਗਾ, ਮਗਰਮੱਛ ਨੂੰ ਉਸਨੂੰ ਦੁਬਾਰਾ ਕਿੱਥੇ ਮਿਲੇਗਾ। ਹਾਂ, ਜੇਕਰ ਮੁੰਡਾ ਹੁੰਦਾ ਹੈ ਤਾਂ ਫਿਰ ਪਰੇਸ਼ਾਨੀ ਵਾਲੀ ਤਾਂ ਕੋਈ ਗੱਲ ਹੀ ਨਹੀਂ। ਬਜ਼ੁਰਗ ਆਪਣੀ ਪਤਨੀ ਪ੍ਰਤੀ ਮਹਿਮਾਨ ਨਵਾਜੀ ਵਿੱਚ ਕੋਈ ਕਮੀ ਨਹੀਂ ਸੀ ਛੱਡਣਾ ਚਾਹੁੰਦਾ। ਤੇ ਦਿਨ ਖੰਭ ਲਗਾ ਕੇ ਉੱਡਣ ਲੱਗੇ ਅਤੇ ਇੱਕ ਦਿਨ ਬਜ਼ੁਰਗ ਦੇ ਘਰ ਇੱਕ ਸੁੰਦਰ ਅਤੇ ਬਹੁਤ ਹੀ ਸਿਹਤਮੰਦ ਲੜਕੀ ਨੇ ਜਨਮ ਲਿਆ। ਅਤੇ ਜਦੋਂ ਉਸ ਦੇ ਘਰ ਲੜਕੀ ਹੋਈ ਤਾਂ ਉਸ ਨੂੰ ਵੇਖ ਕੇ ਬਜ਼ੁਰਗ ਨੂੰ ਮਗਰਮੱਛ ਦੀ ਯਾਦ ਆਈ ਤਾਂ ਉਹ ਕੰਬ ਗਿਆ। ਕੁੜੀ ਦਾ ਰੰਗ ਗੁਲਾਬ ਦੇ ਫੁੱਲ ਦੀ ਤਰ੍ਹਾਂ ਸੀ। ਉਸ ਦੀਆਂ ਅੱਖਾਂ ਹੀਰੇ ਵਰਗੀਆਂ ਚਮਕਦਾਰ ਸਨ। ਬਜ਼ੁਰਗ ਇਹ ਸੋਚ ਕੇ ਉਦਾਸੀ ਨਾਲ ਕੰਬਣ ਲੱਗਾ ਕਿ ਇੰਨੀਆਂ ਮੁਰਾਦਾਂ ਅਤੇ ਇੰਨੀਆਂ ਮੰਨਤਾਂ ਬਾਅਦ ਇਹ ਕੁੜੀ ਸਾਡੇ ਘਰ ਹੋਈ ਹੈ ਅਤੇ ਇਹ ਕੁੜੀ ਮਗਰਮੱਛ ਦੇ ਢਿੱਡ ਵਿੱਚ ਜਾ ਕੇ ਖਤਮ ਹੋ ਜਾਵੇਗੀ। ਉਸਨੇ ਸੋਚਿਆ ਉਹ ਹੁਣ ਕਦੇ ਵੀ ਉਸ ਤਲਾਬ ਦੇ ਕੰਢੇ ਨਹੀਂ ਜਾਵੇਗਾ। ਅਤੇ ਇਸ ਤਰ੍ਹਾਂ ਹੀ ਸਮਾਂ ਜਿਵੇਂ ਖੰਭ ਲਗਾ ਕੇ ਉੱਡਦਾ ਗਿਆ। ਕਈ ਸਾਲ ਬੀਤ ਗਏ ਅਤੇ ਕਈ ਸਾਲਾਂ ਬਾਅਦ ਬਰਸਾਤ ਦਾ ਮੌਸਮ ਆਇਆ ਅਤੇ ਨਦੀ ਵਿੱਚ ਹੜ੍ਹ ਆ ਗਿਆ। ਮਗਰਮੱਛ ਪਾਣੀ ਵਿੱਚ ਵਹਿ ਕੇ ਤਲਾਬ ਵਿੱਚੋਂ ਨਿਕਲ ਕੇ ਖੇਤ ਵਿੱਚ ਆ ਗਿਆ। ਹੁਣ ਉਸ ਨੂੰ ਆਸਾਨੀ ਨਾਲ ਸ਼ਿਕਾਰ ਲੱਭਣ ਲੱਗ ਪਏ। ਇੱਕ ਦਿਨ ਉਹ ਬਜ਼ੁਰਗ ਖੇਤ ਸਬਜ਼ੀ ਤੋੜ ਰਿਹਾ ਸੀ ਅਤੇ ਰਸਤੇ ਵਿੱਚ ਮਗਰਮੱਛ ਮਿਲਿਆ। ਉਸਨੇ ਬਜ਼ੁਰਗ ਨੂੰ ਰੋਕ ਕੇ ਸਵਾਲ ਪੁੱਛਿਆ। ਮਗਰਮੱਛ ਕਹਿਣ ਲੱਗਾ, ਕਿਉਂ ਬਜ਼ੁਰਗਾ, ਤੁਸੀਂ ਮੇਰੇ ਤੋਂ ਛੁਪ ਕੇ ਕਿੱਥੇ ਭੱਜ ਜਾਓਗੇ? ਹੁਣ ਤੁਸੀਂ ਸਿੱਧੀ ਤਰ੍ਹਾਂ ਮੈਨੂੰ ਇਹ ਦੱਸੋ, ਤੁਹਾਡੇ ਘਰ ਕੁੜੀ ਹੋਈ ਜਾਂ ਮੁੰਡਾ? ਕੁੜੀ ਹੋਈ ਹੈ, ਬਜ਼ੁਰਗ ਨੇ ਸਹਿਮੀ ਹੋਈ ਆਵਾਜ਼ ਨਾਲ ਕਿਹਾ। ਅਤੇ ਫਿਰ ਉਹ ਮੇਰੀ ਹੋਈ ਨਾ। ਮੇਰੀ ਅਮਾਨਤ ਹੁਣ ਤੱਕ ਤੂੰ ਆਪਣੇ ਕੋਲ ਕਿਉਂ ਰੱਖੀ ਹੈ? ਕੀ ਤੂੰ ਮੇਰੇ ਨਾਲ ਵਿਸ਼ਵਾਸਘਾਤ ਕਰਨਾ ਚਾਹੁੰਦਾ ਹੈ? ਇੰਨੀ ਛੋਟੀ ਬੱਚੀ ਨੂੰ ਮੈਂ ਤੈਨੂੰ ਕਿਵੇਂ ਦੇ ਦਿਆਂ? ਬਜ਼ੁਰਗ ਨੇ ਕਿਹਾ। ਤੁਸੀਂ 14 ਸਾਲ ਪਹਿਲਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਅਜੇ ਵੀ ਬੱਚੀ ਹੈ। ਤੂੰ ਉਸ ਨੂੰ ਪਿਤਾ ਦੀ ਨਜ਼ਰ ਨਾਲ ਵੇਖ। ਅਗਰ ਉਹ ਬੁੱਢੀ ਵੀ ਹੋ ਜਾਏਗੀ ਤਦ ਵੀ ਉਹ ਪਿਤਾ ਲਈ ਬੱਚੀ ਹੀ ਰਹੇਗੀ। ਤੂੰ ਮੈਨੂੰ ਹੋਰ ਬੇਵਕੂਫ ਨਹੀਂ ਬਣਾ ਸਕਦਾ। ਮੈਂ ਤੈਨੂੰ ਚੈਨ ਨਾਲ ਜੀਣ ਨਹੀਂ ਦੇਵਾਂਗਾ। ਵੇਖ,
ਜੇਕਰ ਕੱਲ੍ਹ ਨੂੰ ਤੂੰ ਕੁੜੀ ਲਿਆ ਕੇ ਮੈਨੂੰ ਨਾ ਦਿੱਤੀ ਤਾਂ ਮੈਂ ਤੁਹਾਡੇ ਤਿੰਨਾਂ ਨੂੰ ਕਿਵੇਂ ਖਤਮ ਕਰ ਦਿੰਦਾ ਹਾਂ, ਮਗਰਮੱਛ ਨੇ ਕਿਹਾ। ਉਹ ਮੇਰੀ ਕੁੜੀ ਹੈ ਅਤੇ ਮੈਂ ਆਪਣੀ ਬੱਚੀ ਤੈਨੂੰ ਕਿਵੇਂ ਦੇ ਦਿਆਂ? ਲੋਕ ਕੀ ਕਹਿਣਗੇ? ਬਜ਼ੁਰਗ ਨੇ ਸਵਾਲ ਕੀਤਾ। ਲੋਕ ਕੀ ਕਹਿਣਗੇ ਮੈਨੂੰ ਨਹੀਂ ਪਤਾ। ਤੂੰ ਕੀ ਕਿਹਾ ਸੀ? ਤੂੰ ਵਾਅਦਾ ਖਿਲਾਫੀ ਕਰਨਾ ਚਾਹੁੰਦਾ ਹੈ? ਮਗਰਮੱਛ ਗੁੱਸੇ ਵਿੱਚ ਕਹਿਣ ਲੱਗਾ। ਨਹੀਂ ਨਹੀਂ, ਇਹ ਗੱਲ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਮੇਰੀ ਬੇਟੀ ਨੂੰ ਇਸ ਗੱਲ ਦਾ ਪਤਾ ਨਾ ਚੱਲੇ। ਬਜ਼ੁਰਗ ਇਹ ਗੱਲ ਕਹਿੰਦਾ ਕਹਿੰਦਾ ਰੁਕ ਗਿਆ। ਕੀ ਚਾਹੁੰਦਾ ਹੈ ਤੂੰ? ਮਗਰਮੱਛ ਨੇ ਕਿਹਾ। ਮੇਰੀ ਲੜਕੀ ਨੂੰ ਕਮਲ ਦਾ ਫੁੱਲ ਬਹੁਤ ਪਸੰਦ ਹੈ। ਤੂੰ ਆਪਣੀ ਪਿੱਠ 'ਤੇ ਇੱਕ ਕਮਲ ਦਾ ਫੁੱਲ ਰੱਖ ਕੇ ਤਲਾਬ ਦੇ ਅੰਦਰ ਬੈਠ ਜਾਣਾ। ਜਦੋਂ ਮੇਰੀ ਕੁੜੀ ਖੁਸ਼ੀ ਨਾਲ ਉਹ ਫੁੱਲ ਲੈਣ ਜਾਊਗੀ ਅਤੇ ਤੂੰ ਉਸ ਨੂੰ ਲੈ ਜਾਈਂ। ਮਗਰਮੱਛ ਨੂੰ ਬਜ਼ੁਰਗ ਦੀ ਇਹ ਤਰਕੀਬ ਪਸੰਦ ਆਈ ਅਤੇ ਅਗਲੇ ਦਿਨ ਜਦੋਂ ਬਜ਼ੁਰਗ ਨੇ ਆਪਣੀ ਪਤਨੀ ਨੂੰ ਸਾਰਾ ਸੱਚ ਦੱਸਿਆ ਤਾਂ ਕੁੜੀ ਦੀ ਮਾਂ ਪਰੇਸ਼ਾਨ ਹੋ ਗਈ। ਉਹ ਉਸ ਦਿਨ ਬੇਰ ਖਾਣ ਦੀ ਇੱਛਾ 'ਤੇ ਆਪਣੇ ਆਪ ਨੂੰ ਕੋਸ ਰਹੀ ਸੀ। ਅੱਜ ਉਸ ਦੀ ਧੀ ਸਿਰਫ ਉਸ ਦੀ ਵਜ੍ਹਾ ਕਰਕੇ ਹੀ ਮੌਤ ਦੀ ਕਗਾਰ 'ਤੇ ਸੀ। ਉਸ ਦਾ ਦਿਲ ਰੋ ਰਿਹਾ ਸੀ। ਫਿਰ ਉਸਨੇ ਕੁੜੀ ਨੂੰ ਕਿਹਾ, ਬੇਟੀ ਕਿੰਨੇ ਦਿਨ ਹੋ ਗਏ ਆ ਤੇਰੀ ਨਾਨੀ ਦੇ ਘਰ ਨਹੀਂ ਗਏ? ਉਹ ਤੁਹਾਨੂੰ ਯਾਦ ਕਰ ਰਹੀ ਸੀ। ਅੱਜ ਤੁਸੀਂ ਆਪਣੇ ਪਿਤਾ ਦੇ ਨਾਲ ਨਾਨੀ ਅਤੇ ਦਾਦੀ ਦੇ ਘਰ ਜਾਓਗੇ। 2 ਦਿਨ ਰੁਕ ਕੇ ਵਾਪਸ ਆ ਜਿਓ। ਬਜ਼ੁਰਗ ਦੀ ਧੀ ਨਾਨਕੇ ਜਾਣ ਦੀ ਖਬਰ ਸੁਣ ਕੇ ਬਹੁਤ ਖੁਸ਼ ਹੋਈ। ਉਸ ਲਈ ਮਾਮੇ ਦਾ ਘਰ ਕਿਸੇ ਜੰਨਤ ਤੋਂ ਘੱਟ ਨਹੀਂ ਸੀ। ਉਸ ਨੂੰ ਆਪਣੇ ਨਾਨਕੇ ਦੀ ਹਰ ਚੀਜ਼ ਪਸੰਦ ਸੀ। ਉੱਥੋਂ ਦਾ ਚੰਦ ਖੂਬਸੂਰਤ ਸੀ, ਉੱਥੋਂ ਦੇ ਫੁੱਲ ਖੂਬਸੂਰਤ ਅਤੇ ਫਲ ਬਹੁਤ ਰਸੀਲੇ ਸਨ। ਨਾਨੀ ਦੇ ਘਰ ਜਾਣ ਦੀ ਖਬਰ ਸੁਣ ਕੇ ਉਹ ਖੁਸ਼ੀ ਨਾਲ ਨਵੇਂ ਕੱਪੜੇ ਪਾ ਕੇ ਤਿਆਰ ਹੋ ਗਈ ਅਤੇ ਬਜ਼ੁਰਗ ਉਸ ਨੂੰ ਨਾਲ ਲੈ ਕੇ ਜੰਗਲ ਅਤੇ ਨਾਲੇ ਪਾਰ ਕਰਦਾ ਹੋਇਆ ਉਸੇ ਤਲਾਬ ਦੇ ਕਿਨਾਰੇ ਪਹੁੰਚ ਗਿਆ ਅਤੇ ਕੁੜੀ ਨੂੰ ਤਲਾਬ ਦੇ ਕਿਨਾਰੇ ਬਿਠਾ ਕੇ ਕਹਿਣ ਲੱਗਾ, ਬੇਟੀ ਤੂੰ ਇੱਥੇ ਹੀ ਬਹਿ, ਮੈਂ ਹੁਣੇ ਆਉਣਾ ਹਾਂ। ਇਹ ਕਹਿ ਕੇ ਬਜ਼ੁਰਗ ਉੱਥੋਂ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਅਤੇ ਦੂਜੇ ਪਾਸੇ ਕੁੜੀ ਨੂੰ ਇੱਕ ਬਹੁਤ ਹੀ ਸੁੰਦਰ ਕਮਲ ਦਾ ਫੁੱਲ ਦਿਖਾਈ ਦਿੱਤਾ। ਉਹ ਸੋਚਣ ਲੱਗੀ, ਇਸ ਤਲਾਬ ਦੇ ਕੰਢੇ ਇੰਨਾ ਸੋਹਣਾ ਕਮਲ ਖਿੜ ਰਿਹਾ ਹੈ, ਪਰ ਅਜੇ ਤੱਕ ਕਿਸੇ ਨੇ ਛੂਹਿਆ ਹੀ ਨਹੀਂ, ਵੇਖਿਆ ਹੀ ਨਹੀਂ। ਸ਼ਾਇਦ ਕਿਸੇ ਨੇ ਉਸ ਵੱਲ ਧਿਆਨ ਹੀ ਨਹੀਂ ਦਿੱਤਾ ਹੋਣਾ। ਬਜ਼ੁਰਗ ਦੀ ਕੁੜੀ ਹੌਲੀ ਹੌਲੀ ਪਾਣੀ ਵਿੱਚ ਚਲੀ ਗਈ। ਜਿਵੇਂ ਹੀ ਉਸਨੇ ਕਮਲ ਦੇ ਫੁੱਲ ਵੱਲ ਆਪਣਾ ਹੱਥ ਵਧਾਇਆ, ਕਮਲ ਥੋੜ੍ਹਾ ਹੋਰ ਅੱਗੇ ਵਧਿਆ। ਕੁੜੀ ਡਰ ਗਈ ਅਤੇ ਆਪਣੇ ਪਿਤਾ ਨੂੰ ਬੁਲਾਉਣ ਲੱਗੀ ਅਤੇ ਪਿਤਾ ਨੂੰ ਬੁਲਾਉਂਦੇ ਬੁਲਾਉਂਦੇ ਥੋੜ੍ਹਾ ਪਾਣੀ ਵਿੱਚ ਹੋਰ ਅੱਗੇ ਚਲੇ ਗਈ ਅਤੇ ਕਮਲ ਦਾ ਫੁੱਲ ਹੋਰ ਖਿਸਕ ਗਿਆ। ਲੜਕੀ ਨੇ ਚੀਕਣਾ ਸ਼ੁਰੂ ਕਰ ਦਿੱਤਾ। ਫਿਰ ਆਪਣੇ ਪਿਤਾ ਨੂੰ ਬੁਲਾਇਆ। ਪਿਤਾ ਜੀ ਹੁੰਦੇ ਤਾਂ ਜਵਾਬ ਦਿੰਦੇ। ਉਹ ਡਰੀ ਹੋਈ ਸੀ ਅਤੇ ਵਾਪਸ ਜਾਣ ਬਾਰੇ ਸੋਚ ਹੀ ਰਹੀ ਸੀ ਕਿ ਉਸੇ ਸਮੇਂ ਵੱਡੀਆਂ ਲਾਲ ਅੱਖਾਂ ਵਾਲਾ ਇੱਕ ਮਗਰਮੱਛ ਪਾਣੀ ਦੀ ਸਤ੍ਹਾ 'ਤੇ ਆਪਣਾ ਮੂੰਹ ਖੋਲ੍ਹਦਾ ਦਿਖਾਈ ਦਿੱਤਾ। ਬਜ਼ੁਰਗ ਦੀ ਧੀ ਮਗਰਮੱਛ ਨੂੰ ਸਾਹਮਣੇ ਵੇਖ ਕੇ ਡਰ ਗਈ ਅਤੇ ਚੀਕਣ ਲੱਗੀ, ਪਰ ਉਸ ਦੀ ਚੀਕ ਜੰਗਲ ਵਿੱਚ ਗੂੰਜ ਗਈ। ਪਰ ਉਸ ਦਾ ਪਿਤਾ ਵਾਪਸ ਨਹੀਂ ਆਇਆ। ਮਗਰਮੱਛ ਨੇ ਉਸ ਨੂੰ ਆਪਣੇ ਵੱਡੇ ਪੰਜੇ ਵਿੱਚ ਫਸਾ ਲਿਆ ਅਤੇ ਛੱਪੜ ਦੇ ਦੂਜੇ ਪਾਸੇ ਇੱਕ ਗੁਫਾ ਵਿੱਚ ਲੈ ਗਿਆ ਅਤੇ ਲੜਕੀ ਨੂੰ ਉੱਥੇ ਛੱਡ ਕੇ ਵਾਪਸ ਆ ਗਿਆ। ਕੁੜੀ ਦੀ ਮਾਸੂਮੀਅਤ ਅਤੇ ਸੁੰਦਰਤਾ ਨੂੰ ਵੇਖਦਿਆਂ ਵੀ ਉਸ ਨੇ ਇਸ ਸਮੇਂ ਇਸ ਨੂੰ ਖਾਣ ਦਾ ਇਰਾਦਾ ਛੱਡ ਦਿੱਤਾ। ਉਹ ਛੱਪੜ 'ਤੇ ਨਹਾਉਣ ਜਾਂ ਪਾਣੀ ਪੀਣ ਲਈ ਆਉਣ ਵਾਲੇ ਰਾਹਗੀਰਾਂ ਨੂੰ ਖਾਂਦਾ ਹੁੰਦਾ ਸੀ ਅਤੇ ਉਹਨਾਂ ਆਦਮੀਆਂ ਕੋਲ ਜੋ ਵੀ ਭੋਜਨ ਹੁੰਦਾ ਸੀ ਉਹ ਲਿਆ ਕੇ ਇਸ ਕੁੜੀ ਨੂੰ ਦਿੰਦਾ ਸੀ। ਕੁੜੀ ਇਸ ਗੁਫਾ ਵਿੱਚ ਪਈ ਰਹਿੰਦੀ ਸੀ, ਪਰ ਮਗਰਮੱਛ ਦੇ ਡਰ ਕਾਰਨ ਉਹ ਕੁਝ ਨਾ ਬੋਲਦੀ। ਇਵੇਂ ਹੀ ਕਿੰਨੇ ਦਿਨ ਬੀਤ ਗਏ ਅਤੇ ਚਾਰੇ ਪਾਸੇ ਇਹ ਤਲਾਬ ਆਦਮਖੋਰ ਮਗਰਮੱਛ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਡਰਦੇ ਮਾਰੇ ਕੋਈ ਵੀ ਰਾਹਗੀਰ ਇਸ ਤਲਾਬ ਵੱਲ ਆਉਂਦਾ ਹੀ ਨਹੀਂ ਸੀ। ਮਗਰਮੱਛ ਭੁੱਖ ਨਾਲ ਬੇਹਾਲ ਹੋਣ ਲੱਗਾ। ਉਹਨੇ ਤਲਾਬ ਦੀਆਂ ਵੱਡੀਆਂ ਵੱਡੀਆਂ ਮਛਲੀਆਂ ਨੂੰ ਖਾ ਲਿਆ, ਮਛਲੀਆਂ ਖਤਮ ਕਰ ਦਿੱਤੀਆਂ ਅਤੇ ਹੁਣ ਜਦੋਂ ਉਸ ਨੂੰ ਬਹੁਤ ਜ਼ਿਆਦਾ ਭੁੱਖ ਸਤਾਉਣ ਲੱਗੀ ਤਾਂ ਉਹ ਬਜ਼ੁਰਗ ਦੀ ਬੇਟੀ ਦੇ ਕੋਲ ਆ ਕੇ ਉਸ ਨੂੰ ਆਪਣੀਆਂ ਲਾਲ ਲਾਲ ਅੱਖਾਂ ਨਾਲ ਘੂਰਨ ਲੱਗਾ। ਬਜ਼ੁਰਗ ਦੀ ਬੇਟੀ ਸਮਝ ਗਈ ਕਿ ਹੁਣ ਉਸ ਦੀ ਵਾਰੀ ਹੈ, ਪਰ ਮਗਰਮੱਛ ਨੇ ਉਸ ਦਿਨ ਵੀ ਉਸ ਨੂੰ ਨਹੀਂ ਖਾਧਾ। ਸੋਚਣ ਲੱਗਾ, ਮੇਰੇ ਦੰਦ ਅੱਜ ਇੰਨੇ ਤਿੱਖੇ ਨਹੀਂ ਹਨ, ਮੈਂ ਲੁਹਾਰ ਤੋਂ ਦੰਦ ਤਿੱਖੇ ਕਰਵਾ ਕੇ ਉਸ ਕੁੜੀ ਨੂੰ ਖਾਵਾਂਗਾ। ਇਹ ਸੋਚ ਕੇ ਮਗਰਮੱਛ ਲੁਹਾਰ ਕੋਲ ਚਲੇ ਗਿਆ ਅਤੇ ਇੱਧਰ ਬਜ਼ੁਰਗ ਦੀ ਧੀ ਨੇ ਆਪਣੀ ਜਾਨ ਬਚਾਉਣ ਦਾ ਤਰੀਕਾ ਸੋਚਣਾ ਸ਼ੁਰੂ ਕਰ ਦਿੱਤਾ। ਸਾਰੇ ਸੋਨੇ ਅਤੇ ਚਾਂਦੀ ਦੇ ਗਹਿਣੇ ਜੋ ਮਗਰਮੱਛ ਗੁਫਾ ਵਿੱਚ ਲਿਆਇਆ ਸੀ, ਉਸਨੇ ਸਾਰਿਆਂ ਨੂੰ ਇਕੱਠਾ ਕੀਤਾ, ਟੋਕਰੀ ਵਿੱਚ ਪਾ ਲਿਆ, ਸੁੱਕੇ ਪੱਤਿਆਂ ਅਤੇ ਸੋਟੀਆਂ ਨਾਲ ਢੱਕ ਲਿਆ, ਆਪਣੇ ਸਰੀਰ 'ਤੇ ਚਿੱਕੜ ਲਗਾ ਲਿਆ ਅਤੇ ਆਪਣੇ ਆਪ ਨੂੰ ਇੱਕ ਅੰਨੀ ਬਜ਼ੁਰਗ ਔਰਤ ਵਰਗਾ ਬਣਾ ਲਿਆ। ਟੋਕਰੀ ਨੂੰ ਲੱਕ 'ਤੇ ਲੈ ਕੇ ਸੋਟੀ ਦੀ ਟੇਕ 'ਤੇ ਤੁਰਨ ਲੱਗੀ। ਜਿਵੇਂ ਹੀ ਗੁਫਾ ਤੋਂ ਬਾਹਰ ਆਈ,
ਮਗਰਮੱਛ ਆ ਗਿਆ, ਗਰਜਿਆ, ਪੁੱਛਿਆ, ਤੂੰ ਕੌਣ ਹੈ? ਪਹਿਲਾਂ ਤਾਂ ਬਜ਼ੁਰਗ ਦੀ ਧੀ ਡਰ ਗਈ, ਕੰਬਣ ਲੱਗੀ। ਫਿਰ ਬਾਅਦ ਵਿੱਚ ਆਪਣੇ ਆਪ 'ਤੇ ਕਾਬੂ ਕੀਤਾ ਅਤੇ ਕਹਿਣ ਲੱਗੀ, ਮੈਂ ਹੱਡੀਆਂ ਦਾ ਬਣਿਆ ਇੱਕ ਅੰਨ੍ਹਾ ਬੁੱਢਾ ਹਾਂ। ਮੇਰੇ ਸਰੀਰ ਵਿੱਚ ਅਜਿਹਾ ਕੀ ਹੈ ਜੋ ਤੁਸੀਂ ਖਾਓਗੇ? ਤੁਸੀਂ ਆਪਣੀ ਗੁਫਾ ਵਿੱਚ ਜਾਓ, ਤੁਹਾਡੇ ਲਈ ਉੱਥੇ ਇੱਕ ਸਿਹਤਮੰਦ ਕੁੜੀ ਹੈ, ਤੁਹਾਨੂੰ ਉਸ ਦੀਆਂ ਹੱਡੀਆਂ ਚਬਾਉਣ ਵਿੱਚ ਮਜ਼ਾ ਆਵੇਗਾ। ਮਗਰਮੱਛ ਉਸ ਨੂੰ ਪਛਾਣ ਨਾ ਸਕਿਆ। ਮਨੁੱਖੀ ਮਾਸ ਦੀ ਖੁਸ਼ੀ ਬਾਰੇ ਸੋਚ ਕੇ ਉਸ ਦੇ ਮੂੰਹ ਵਿੱਚ ਪਾਣੀ ਆਉਣ ਲੱਗਾ ਅਤੇ ਉਹ ਤੇਜ਼ੀ ਨਾਲ ਆਪਣੀ ਗੁਫਾ ਦੇ ਅੰਦਰ ਚਲੇ ਗਿਆ। ਜਿਵੇਂ ਹੀ ਬਜ਼ੁਰਗ ਦੀ ਧੀ ਉਸ ਮਗਰਮੱਛ ਤੋਂ ਆਜ਼ਾਦ ਹੋਈ, ਉਹ ਡਰ ਕੇ ਭੱਜਣ ਲੱਗੀ ਅਤੇ ਸੰਘਣੇ ਜੰਗਲ ਵਿੱਚ ਗਵਾਚ ਗਈ। ਉਹ ਸੋਚ ਰਹੀ ਸੀ ਕਿ ਉਸ ਤੋਂ ਬਿਨਾਂ ਉਸ ਦੇ ਮਾਪਿਆਂ ਦਾ ਕੀ ਹਾਲ ਹੋ ਗਿਆ ਹੋਵੇਗਾ, ਕੀ ਕਰਦੇ ਹੋਣਗੇ। ਉਹ ਹੁਣ ਛੇਤੀ ਛੇਤੀ ਆਪਣੇ ਮਾਂ ਪਿਓ ਕੋਲ ਪਹੁੰਚਣਾ ਚਾਹੁੰਦੀ ਸੀ ਅਤੇ ਇਹੀ ਸੋਚਦੀ ਸੋਚਦੀ ਉਹ ਜੰਗਲ ਵਿੱਚ ਲਗਾਤਾਰ ਭੱਜੀ ਜਾ ਰਹੀ ਸੀ। ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਅਤੇ ਅੱਗੋਂ ਉਸਨੇ ਘੋੜੇ 'ਤੇ ਸਵਾਰ ਕੁਝ ਲੋਕਾਂ ਨੂੰ ਵੇਖਿਆ। ਉਹ ਡਰ ਗਈ। ਜਦ ਘੋੜੇ 'ਤੇ ਸਵਾਰ ਲੋਕ ਉਸਦੇ ਕੋਲ ਆਏ ਤਾਂ ਉਸਨੇ ਦੇਖਿਆ ਕਿ ਇੱਕ ਰਾਜਾ ਜੋ ਸ਼ਿਕਾਰ ਕਰਨ ਲਈ ਜੰਗਲ ਵਿੱਚ ਆਇਆ ਹੋਇਆ ਸੀ। ਰਾਜੇ ਨੇ ਉਸ ਬਜ਼ੁਰਗ ਅਤੇ ਕੁੱਬੀ ਔਰਤ ਨੂੰ ਵੇਖ ਕੇ ਪੁੱਛਿਆ, ਮਾਤਾ, ਤੂੰ ਇੱਥੇ ਕੀ ਕਰ ਰਹੀ ਹੈ? ਇਹ ਸੰਘਣੇ ਜੰਗਲ ਵਿੱਚ ਕਿਵੇਂ ਆ ਗਈ? ਤਾਂ ਬਜ਼ੁਰਗ ਦੀ ਲੜਕੀ ਜੋ ਬੁੱਢੀ ਔਰਤ ਬਣੀ ਹੋਈ ਸੀ ਕਹਿਣ ਲੱਗੀ, ਮੈਨੂੰ ਵੀ ਨਹੀਂ ਪਤਾ, ਪਰ ਹੁਣ ਮੈਂ ਜੰਗਲ ਪਾਰ ਕਰਨਾ ਚਾਹੁੰਦੀ ਹਾਂ। ਕਿਰਪਾ ਕਰਕੇ ਤੁਸੀਂ ਮੇਰੀ ਮਦਦ ਕਰ ਦਿਓ। ਰਾਜੇ ਨੇ ਆਪਣੇ ਸੈਨਿਕਾਂ ਨੂੰ ਕਿਹਾ, ਸ਼ਿਕਾਰ ਬਾਅਦ ਵਿੱਚ ਕਰ ਲਵਾਂਗੇ, ਪਹਿਲਾਂ ਇਸ ਮਾਤਾ ਨੂੰ ਇਸ ਜੰਗਲ ਤੋਂ ਬਾਹਰ ਛੱਡ ਕੇ ਆਓ। ਜਿਵੇਂ ਹੀ ਸੈਨਿਕਾਂ ਨੇ ਉਸ ਬਜ਼ੁਰਗ ਦੀ ਧੀ ਨੂੰ ਘੋੜੇ 'ਤੇ ਬਿਠਾਇਆ, ਸਾਰਾ ਚਿੱਕੜ ਸੈਨਿਕਾਂ ਨੂੰ ਲੱਗ ਗਿਆ। ਉਹ ਸੋਚਣ ਲੱਗੇ, ਇਹ ਕੀ ਬਲਾ ਹੈ? ਇਹ ਬਜ਼ੁਰਗ ਮਾਤਾ ਨਹੀਂ, ਇਸ ਵਿੱਚ ਤਾਂ ਕੋਈ ਹੋਰ ਗੱਲ ਲੱਗਦੀ ਹੈ। ਉਹ ਰਾਜਾ ਜੋ ਸਭ ਕੁਝ ਵੇਖ ਰਿਹਾ ਸੀ, ਉਸਨੇ ਗੁੱਸੇ ਨਾਲ ਉਸ ਬਜ਼ੁਰਗ ਦੀ ਧੀ ਨੂੰ ਦਬਕਾ ਮਾਰਿਆ। ਉਹ ਬਜ਼ੁਰਗ ਦੀ ਕੁੜੀ ਡਰ ਗਈ ਅਤੇ ਰਾਜੇ ਨੂੰ ਸਾਰਾ ਕੁਝ ਸੱਚੋ ਸੱਚ ਦੱਸ ਦਿੱਤਾ ਕਿ ਕਿਸ ਤਰ੍ਹਾਂ ਉਹ ਮਗਰਮੱਛ ਦੇ ਚੁੰਗਲ ਵਿੱਚੋਂ ਛੁੱਟ ਕੇ ਆਈ ਹੈ। ਰਾਜੇ ਨੇ ਉਸ ਕੁੜੀ ਦੀ ਪੂਰੀ ਗੱਲ ਸੁਣੀ ਤਾਂ ਸਭ ਤੋਂ ਪਹਿਲਾਂ ਉਹ ਸੈਨਿਕਾਂ ਨੂੰ ਲੈ ਕੇ ਉਸ ਮਗਰਮੱਛ ਨੂੰ ਮਾਰਨ ਤੁਰ ਪਿਆ। ਰਾਜੇ ਨੇ ਵੇਖਿਆ ਮਗਰਮੱਛ ਉਸ ਗੁਫਾ ਵਿੱਚ ਸੀ। ਰਾਜੇ ਦੇ ਸੈਨਿਕਾਂ ਨੇ ਉਸ ਮਗਰਮੱਛ ਨੂੰ ਮਾਰ ਮੁਕਾਇਆ। ਕੁੜੀ ਇਹ ਸਭ ਕੁਝ ਵੇਖ ਕੇ ਨਿਸ਼ਚਿੰਤ ਹੋ ਗਈ। ਰਾਜੇ ਨੇ ਉਸ ਨੂੰ ਆਪਣੇ ਮਹਿਲ ਵਿੱਚ ਖੜਿਆ, ਨਵਾ ਧਵਾ ਕੇ ਉਸ ਨੂੰ ਚੰਗੇ ਕੱਪੜੇ ਪਾਏ। ਉਹ ਇੱਕ ਸੁੰਦਰ ਕੁੜੀ ਦੇ ਰੂਪ ਵਿੱਚ ਬਦਲ ਗਈ। ਫਿਰ ਰਾਜੇ ਨੇ ਉਸ ਕੁੜੀ ਨੂੰ ਉਸ ਦੇ ਮਾਂ ਪਿਓ ਕੋਲ ਪਹੁੰਚਾ ਦਿੱਤਾ। ਉਸ ਦੇ ਮਾਂ ਪਿਓ ਜੋ ਉਸ ਦੇ ਵਿਛੋੜੇ ਵਿੱਚ ਰੋ ਰੋ ਕੇ ਬੇਹਾਲ ਹੋ ਰਹੇ ਸਨ, ਆਪਣੀ ਧੀ ਨੂੰ ਜੀਂਦਾ ਵੇਖ ਕੇ ਬਹੁਤ ਖੁਸ਼ ਹੋਏ ਅਤੇ ਰਾਜੇ ਦਾ ਸ਼ੁਕਰਾਨਾ ਕਰਨ ਲੱਗੇ। ਕਹਿਣ ਲੱਗੇ, ਰਾਜਨ, ਅਸੀਂ ਬੜੇ ਲੋਕਾਂ ਕੋਲ ਮਦਦ ਮੰਗੀ ਪਰ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ। ਸਾਨੂੰ ਇੰਝ ਲੱਗਦਾ ਸੀ ਕਿ ਹੁਣ ਸਾਨੂੰ ਸਾਡੀ ਧੀ ਕਦੇ ਵੀ ਨਹੀਂ ਮਿਲ ਸਕੇਗੀ। ਅਤੇ ਉਸ ਬਜ਼ੁਰਗ ਦੀ ਕੁੜੀ ਕਹਿਣ ਲੱਗੀ, ਪਿਤਾ ਜੀ, ਮੈਨੂੰ ਵੀ ਇੰਝ ਲੱਗਦਾ ਸੀ ਕਿ ਮੈਂ ਹੁਣ ਕਦੀ ਨਹੀਂ ਬਚ ਸਕਾਂਗੀ। ਮੈਨੂੰ ਲੱਗਦਾ ਸੀ ਮਗਰਮੱਛ ਮੈਨੂੰ ਖਾ ਹੀ ਜਾਏਗਾ। ਬਸ ਇਹਨਾਂ ਸੋਚਾਂ ਵਿੱਚ ਗਵਾਚੀ ਹੋਈ ਮੈਂ ਉਸ ਗੁਫਾ ਵਿੱਚ ਰਹਿ ਰਹੀ ਸਾਂ ਜਿੱਥੇ ਮਗਰਮੱਛ ਨੇ ਮੈਨੂੰ ਖੜਿਆ ਸੀ। ਪਰ ਇੱਕ ਦਿਨ ਮੈਂ ਕੀ ਵੇਖਿਆ, ਇੱਕ ਮੱਕੜੀ ਜਾਲਾ ਬਣਾ ਰਹੀ ਸੀ। ਉਹ ਕਈ ਵਾਰੀ ਡਿੱਗਦੀ, ਫਿਰ ਜਾਲਾ ਬਣਾਉਂਦੀ ਅਤੇ ਅਖੀਰ ਹਜ਼ਾਰਾਂ ਵਾਰੀ ਡਿੱਗ ਕੇ ਫਿਰ ਉਹ ਜਾਲੇ ਦਾ ਘਰ ਬਣਾਉਣ ਵਿੱਚ ਕਾਮਯਾਬ ਹੋ ਗਈ। ਬਸ ਉਹਨੂੰ ਵੇਖ ਕੇ ਮੈਂ ਇਹ ਚੀਜ਼ ਸੋਚੀ ਕਿ ਮੈਂ ਵੀ ਕੋਸ਼ਿਸ਼ ਕਰਾਂ, ਹੋ ਸਕਦਾ ਹੈ ਮੈਂ ਵੀ ਮਗਰਮੱਛ ਦੇ ਚੁੰਗਲ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਵਾਂ ਅਤੇ ਆਪਣੀ ਜ਼ਿੰਦਗੀ ਜੀਵਾਂ। ਸੋ ਮੈਂ ਆਪਣੀ ਸਮਝਦਾਰੀ ਨਾਲ ਅਤੇ ਆਪਣੀ ਮਿਹਨਤ ਨਾਲ, ਆਪਣੀ ਸੂਝ-ਬੂਝ ਨਾਲ ਉਸ ਮਗਰਮੱਛ ਦੇ ਚੁੰਗਲ ਵਿੱਚੋਂ ਨਿਕਲ ਆਈ। ਰਾਜਾ ਉਸ ਕੁੜੀ ਦੀ ਸਿਆਣਪ 'ਤੇ ਬਹੁਤ ਹੈਰਾਨ ਹੋਇਆ ਅਤੇ ਰਾਜੇ ਨੇ ਉਸ ਕੁੜੀ ਦੇ ਸਾਹਮਣੇ ਆਪਣੇ ਰਾਜਕੁਮਾਰ ਦੀ ਰਾਣੀ ਬਣਨ ਦਾ ਪ੍ਰਸਤਾਵ ਰੱਖਿਆ, ਜੋ ਕੁੜੀ ਮੰਨ ਗਈ। ਫਿਰ ਰਾਜੇ ਨੇ ਆਪਣੇ ਰਾਜਕੁਮਾਰ, ਆਪਣੇ ਸ਼ਹਿਜ਼ਾਦੇ ਦਾ ਵਿਆਹ ਉਸ ਕੁੜੀ ਨਾਲ ਕਰ ਦਿੱਤਾ ਅਤੇ ਉਹ ਹੱਸੀ ਖੁਸ਼ੀ ਰਹਿਣ ਲੱਗ ਪਏ ਅਤੇ ਉਹ ਹੱਸਦੇ ਖੇਡਦੇ ਰਹਿਣ ਲੱਗ ਪਏ। ਸੋ ਇਸ ਕਹਾਣੀ ਦਾ ਭਾਵ ਇਹ ਹੈ ਕਿ ਚਾਹੇ ਜ਼ਿੰਦਗੀ ਵਿੱਚ ਕੁਝ ਵੀ ਹੋ ਜਾਵੇ, ਸਾਨੂੰ ਲੜੇ ਬਗੈਰ ਹਿੰਮਤ ਨਹੀਂ ਹਾਰਨੀ ਚਾਹੀਦੀ, ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਹੋ ਸਕੇ ਤੁਸੀਂ ਆਪਣੀਆਂ ਸਮੱਸਿਆਵਾਂ ਨਾਲ, ਆਪਣੇ ਹਾਲਾਤਾਂ ਨਾਲ ਲੜਨਾ ਸਿੱਖੋ ਅਤੇ ਯਕੀਨਨ ਤੁਹਾਡੀ ਮਿਹਨਤ ਨੂੰ ਫਲ ਲੱਗਦਾ ਹੈ ਤਾਂ ਕੋਈ ਨਾ ਕੋਈ ਰਾਹ ਜ਼ਰੂਰ ਲੱਭ ਜਾਂਦਾ ਹੈ। ਸੋ ਜ਼ਿੰਦਗੀ ਹਾਰਨ ਵਾਸਤੇ ਨਹੀਂ, ਜਿੱਤਣ ਵਾਸਤੇ ਬਣੀ ਹੈ। ਜੇਕਰ ਤੁਸੀਂ ਆਪਣੀਆਂ ਮੁਸ਼ਕਲਾਂ ਨਾਲ ਲੜਨਾ ਸਿੱਖ ਜਾਓਗੇ ਤਾਂ ਯਕੀਨਨ ਜ਼ਿੰਦਗੀ 'ਤੇ ਜਿੱਤ ਪਾ ਲਵੋਗੇ। ਧੰਨਵਾਦ ਜੀ।